ਜਿੰਨਾ ਚਿਰ ਸੇਕ ਸਾਨੂੰ ਖੁਦ ਨੂੰ ਨਹੀਂ ਪਹੁੰਚਦਾ, ਸਾਡੇ ਘਰ ਨੂੰ ਨਹੀਂ ਪਹੁੰਚਦਾ ਹੈਗਾ ਗਾ, ਉਹਨਾਂ ਚਿਰ ਅਸੀਂ ਮਤਲਬ ਮੰਨਦੇ ਨਹੀਂ ਹੈਗੇ ਵੀ ਕੋਈ ਸਮੱਸਿਆ ਆ ਰਹੀ ਹੈਗੀ। ਤੇ ਅਸੀਂ ਅੱਜ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਇਹ ਲੜਾਈ ਲੜ ਰਹੇ ਹੈਗੇ। ਅਸੀਂ ਚਾਹੁੰਦੇ ਹਾਂ ਕਿ ਔਰਤਾਂ ਵੀ ਮਰਦਾਂ ਵਾਂਗ ਜਿਹੜੀਆਂ ਸਟੇਜਾਂ ਤੇ ਚੜ੍ਹ ਕੇ ਜਦੋਂ 10 ਮਰਦ ਬੈਠੇ ਨੇ ਤਾਂ 20 ਦੀ ਗਿਣਤੀ ਔਰਤਾਂ ਦੀ ਹੋਣੀ ਚਾਹੀਦੀ ਆ। ਪੋਲਿਟਿਕਸ ਦੇ ਵਿੱਚ ਵੀ ਜਿੰਨੀ ਦੇਰ ਬਰਾਬਰਤਾ ਔਰਤਾਂ ਦੀ ਨਹੀਂ ਆ, ਸਾਡੀ ਪੋਲਿਟਿਕਸ ਉਨੀ ਦੇਰ ਸਾਫ਼ ਸੁਥਰੀ ਨਹੀਂ ਹੋ ਸਕਦੀ। ਔਰਤਾਂ ਨੂੰ ਇਹ ਲੜਾਈ ਆਪਦੀ ਖੁਦ ਲੜਨੀ ਪੈਣੀ ਆ, ਇਹ ਖੁਦ ਜਵਾਬ ਦੇਣੇ ਪੈਣੇ ਆ ਕਿ ਜੇ ਅਸੀਂ ਪੋਲਿਟਿਕਸ ਦੇ ਵਿੱਚ ਆ ਗਏ ਤਾਂ ਅਸੀਂ ਆਪਣੀ ਪੋਲਿਟਿਕਸ ਸਾਫ਼ ਕਰਾਂਗੇ, ਦੂਜੇ ਨੂੰ ਨਹੀਂ ਕਰਨ ਦੇਵਾਂਗੇ। ਤੁਸੀਂ ਔਰਤ ਨੂੰ ਸਰਪੰਚ ਤੱਕ ਤੇ ਬਣਨ ਨਹੀਂ ਦਿੱਤਾ। ਜਿੰਨੇ ਸੱਥਾਂ 'ਚ ਫੈਸਲੇ ਹੁੰਦੇ ਨੇ ਘਰ ਵਾਲਾ ਕਰੇ ਆਉਂਦਾ, ਔਰਤ ਤੋਂ ਸਿਰਫ ਸਾਈਨ ਕਰਾਉਣ ਲਈ ਘਰੇ ਆਇਆ ਜਾਂਦਾ ਕਿ ਮੈਂ ਸਾਈਨ ਕਰਾ ਲਿਆਉਣਾ, ਤੁਸੀਂ ਖੜ ਜਾਓ। ਅੱਧੀ ਆਬਾਦੀ ਜਿਹਦੇ ਹੱਕਾਂ ਦੀ ਗੱਲ ਮਰਦ ਪ੍ਰਧਾਨ ਸਮਾਜ ਦੇ ਵਿੱਚ ਲਗਾਤਾਰ ਹੁੰਦੀ ਰਹੀ ਹੈ, ਉਹ ਆਪਣੇ ਹੱਕਾਂ ਲਈ ਆਪ ਵੀ ਲੜੀ ਹੈ, ਪਰ ਕਈ ਵਾਰੀ ਲੱਗਾ ਕਿ ਹੱਕਾਂ ਲਈ ਲੜਦਿਆਂ ਵੀ ਕਿਤੇ ਨਾ ਕਿਤੇ ਉਹ ਥਾਂ ਨਹੀਂ ਉਹਨੂੰ ਮਿਲੀ ਜਿਹੜੀ ਮਿਲਣੀ ਚਾਹੀਦੀ ਸੀ। ਆ ਪਿਛਲੇ ਦਿਨੀ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਚੱਲਿਆ ਤੇ ਉਸ ਕਿਸਾਨ ਅੰਦੋਲਨ ਦੇ ਵਿੱਚ ਜਿਸ ਤਰੀਕੇ ਨਾਲ ਇਸ ਅੱਧੀ ਆਬਾਦੀ ਨੇ ਮੋਰਚਾ ਸਾਂਭਿਆ, ਉਹ ਸਾਫ਼ ਤੇ ਸਪਸ਼ਟ ਦੱਸਦਾ ਆ ਕਿ ਹੁਣ ਕਿਸੇ ਗੱਲੋਂ ਵੀ ਕਿਸੇ ਕਿਸਮ ਦੀ ਵੀ ਊਣਤਾਈ ਇਸ ਅੱਧੀ ਆਬਾਦੀ ਵੱਲੋਂ ਨਹੀਂ ਰੱਖੀ ਜਾ ਰਹੀ। ਅੰਮ੍ਰਿਤਸਰ ਦੇ ਵਿੱਚ ਇੱਕ ਪੰਜਾਬ ਬਚਾਓ ਕਾਫਲਾ ਸ਼ੁਰੂ ਕੀਤਾ ਗਿਆ ਔਰ ਇਸ ਕਾਫਲੇ ਦੇ ਵਿੱਚ ਵੀ ਇਸ ਅੱਧੀ ਆਬਾਦੀ ਦੇ ਵੱਲੋਂ ਆਪਣਾ ਭਰਪੂਰ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਵੇਲੇ ਸਾਡੇ ਨਾਲ ਦੋ ਮੁਟਿਆਰਾਂ ਖੜੀਆਂ ਨੇ, ਕਿਰਨ ਝੁਨੀਰ ਤੇ ਗੁਰਮੀਤ। ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਇਸ ਵੇਲੇ ਇਸ ਅੱਧੀ ਆਬਾਦੀ ਦੀ ਸੰਘਰਸ਼ ਦੇ ਵਿੱਚ ਕੀ ਭੂਮਿਕਾ ਆ ਔਰ ਕਿਸ ਤਰੀਕੇ ਨਾਲ ਆਪਣਾ ਯੋਗਦਾਨ ਜਿਹੜਾ ਇਹ ਪਾ ਰਹੀਆਂ ਨੇ। ਕਿਰਨ ਹੋਰਾਂ ਦੀ ਗੱਲ ਕਰ ਲਈਏ ਤੇ ਕਿਸਾਨ ਅੰਦੋਲਨ ਦੇ ਵਿੱਚੋਂ ਬਹੁਤ ਸਾਰੀਆਂ ਆਵਾਜ਼ਾਂ ਇੱਦਾਂ ਦੀਆਂ ਉੱਠਦੀਆਂ ਨੇ ਕਿ ਕਿਸਾਨ ਜਿਹੜਾ ਆ ਉਹ ਆਰਥਿਕ ਤੌਰ ਤੇ ਮੰਦਹਾਲੀ ਦੇ ਵਿੱਚ ਚਲਾ ਗਿਆ, ਖੁਦਕੁਸ਼ੀਆਂ ਕਰ ਰਿਹਾ ਔਰ ਇੱਦਾਂ ਦੇ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਹੈ ਕਿਰਨ ਔਰ ਉਸ ਪਰਿਵਾਰ ਦੇ ਵਿੱਚੋਂ ਨਿਕਲ ਕੇ ਇਸ ਸੰਘਰਸ਼ ਦੀ ਰਾਹ ਨੂੰ ਅਖਤਿਆਰ ਕੀਤਾ ਆ ਕਿ ਇਸ ਤਰੀਕੇ ਨਾਲ ਇਸ ਪਾਸੇ ਵੱਲ ਨੂੰ ਆਏ, ਇਸ ਲੜਾਈ ਨੂੰ ਲੜਨ ਦੇ ਹੌਸਲੇ ਨੂੰ ਆਪਣੇ ਅੰਦਰ ਪੈਦਾ ਕੀਤਾ ਤੇ ਹੁਣ ਜਿਹੜੀ ਸਥਿਤੀ ਦੇ ਵਿੱਚ ਹੋ ਜਿਸ ਤਰੀਕੇ ਨਾਲ ਲੜ ਰਹੇ ਹੋ, ਹੁਣ ਕਿਹੜੀ ਗੱਲ ਦਾ ਅਹਿਸਾਸ ਹੋ ਰਿਹਾ, ਅਜੇ ਕਿੰਨਾ ਕੁ ਕੁਝ ਕਰਨ ਦੀ ਜ਼ਰੂਰਤ ਜਿਹੜੀ ਆ ਉਹ ਮਹਿਸੂਸ ਹੋ ਰਹੀ ਹੈ? ਦੇਖੋ, ਜਿਹੜੀ ਤੁਸੀਂ ਇਸ ਪਾਸੇ ਵੱਲ ਆਉਣ ਦੀ ਗੱਲ ਕੀਤੀ ਹੈ, ਜਿੰਨਾ ਚਿਰ ਸੇਕ ਸਾਨੂੰ ਖੁਦ ਨੂੰ ਨਹੀਂ ਪਹੁੰਚਦਾ, ਸਾਡੇ ਘਰ ਨੂੰ ਨਹੀਂ ਪਹੁੰਚਦਾ ਹੈਗਾ ਗਾ, ਉਹਨਾਂ ਚਿਰ ਅਸੀਂ ਮਤਲਬ ਮੰਨਦੇ ਨਹੀਂ ਹੈਗੇ ਵੀ ਕੋਈ ਸਮੱਸਿਆ ਆ ਰਹੀ ਹੈਗੀ। ਤੇ ਇਹੀ ਸੇਕ ਮੇਰੇ ਘਰ ਵੀ ਪਹੁੰਚਿਆ ਤੇ ਉੱਥੋਂ ਇਹ ਲੜਾਈ ਸ਼ੁਰੂ ਹੋਈ ਹੈ। ਤੇ ਉਹਦੇ ਨਾਲ ਨਾਲ ਅਸੀਂ ਜੇ ਪੂਰੇ ਪੰਜਾਬ ਦੀ ਗੱਲ ਕਰ ਲਈਏ, ਪੂਰੇ ਭਾਰਤ ਦੀ ਗੱਲ ਕਰ ਲਈਏ ਤੇ ਅੱਜ ਸਾਡੀ ਹੋਂਦ ਨੂੰ ਖਤਰਾ ਗਾ ਤੇ ਅਸੀਂ ਅੱਜ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਇਹ ਲੜਾਈ ਲੜ ਰਹੇ ਹੈਗੇ। ਤੇ ਅੱਧੀ ਆਬਾਦੀ ਪੂਰਾ ਹੱਕ ਦੀ ਗੱਲ ਕਰਦੇ ਆਂਗੇ, ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਮਰਦ ਪ੍ਰਧਾਨ ਸਮਾਜ ਹੈਗਾ, ਔਰਤਾਂ ਨੂੰ ਇਹ ਕਹਿ ਕੇ ਨਕਾਰ ਦਿੱਤਾ ਜਾਂਦਾ ਗਾ ਇਹ ਸਿਰਫ ਚੁੱਲ੍ਹੇ ਚੌਂਕੇ ਜੋਗੀਆਂ ਨੇਗੀਆਂ, ਇਹ ਕੀ ਕਰ ਸਕਦੀਆਂ ਨੇਗੀਆਂ, ਔਰਤਾਂ ਦੀ ਗਿੱਚੀ ਪਿੱਛੇ ਮੱਤ ਹੁੰਦੀ ਹੈਗੀ। ਪਰ ਇਹ ਕਿਤੇ ਨਹੀਂ ਹੁੰਦਾ। ਮਾਈ ਭਾਗੋ ਤੋਂ ਲੈ ਕੇ ਉਹਨਾਂ ਨੇ ਮੋਰਚੇ ਵੀ ਸੰਭਾਲਿਆ ਤੇ ਉਹਨਾਂ ਨੇ ਜਥੇ ਨੂੰ ਅਗਵਾਈਆਂ ਵੀ ਦਿੱਤੀਆਂ ਨੇਗੀਆਂ। ਔਰਤ ਦੇ ਵਿੱਚ ਮਰਦਾਂ ਨਾਲੋਂ ਜ਼ਿਆਦਾ ਸਹਿਣਸ਼ੀਲਤਾ, ਕਿਉਂਕਿ ਜਿਹੜੇ ਮਰਦ ਨੇਗੇ ਉਹ ਕਿਤੇ ਨਾ ਕਿਤੇ ਦਮ ਘੁੱਟਦਾ ਹੈ ਉਹਨਾਂ ਦਾ ਤੇ ਖੁਦਕੁਸ਼ੀਆਂ ਵੀ ਕਰਦੇ ਆ। ਅੱਜ ਪੰਜਾਬ ਦੇ ਵਿੱਚ ਇੱਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇਗੇ, ਮਜ਼ਦੂਰ ਨੇਗੇ, ਉਹ ਖੁਦਕੁਸ਼ੀਆਂ ਕਰ ਰਹੇ ਨੇ ਇਸੇ ਕਰਕੇ ਕਿਉਂਕਿ ਉਹਨਾਂ ਦੇ ਵਿੱਚ ਇੱਕ ਸਹਿਣਸ਼ੀਲਤਾ ਨਹੀਂ ਹੈਗੀ, ਉਹ ਕਪੈਸਿਟੀ ਨਹੀਂ ਹੈਗੀ ਜਿਹੜੀ ਔਰਤਾਂ ਦੇ ਵਿੱਚ ਹੈ। ਉਹ ਔਰਤਾਂ ਫਿਰ ਵੀ ਕਹਿੰਦੀਆਂ ਨੇਗੀਆਂ ਉਹਨਾਂ ਘਰਾਂ ਦੇ ਵਿੱਚ ਰਹਿੰਦੇ ਹੋਏ ਵੀ ਅਸੀਂ ਬੱਚਿਆਂ ਨੂੰ ਜਨਮ ਦਿੱਤਾ, ਅਸੀਂ ਇਹਨਾਂ ਨੂੰ ਛੱਡ ਕੇ ਨਹੀਂ ਜਾ ਸਕਦੀਆਂ, ਅਸੀਂ ਇਹਨਾਂ ਦਾ ਤਾਂ ਢਿੱਡ ਪਾਲਣਾ ਹੈਗਾ। ਜਦੋਂ ਅਸੀਂ ਉਹਨਾਂ ਵੱਲ ਦੇਖਦੇ ਆਂਗੇ, ਉਹ ਬਜ਼ੁਰਗ ਮਾਵਾਂ ਵੱਲ ਦੇਖਦੇ ਹਾਂ, ਫਿਰ ਸਾਨੂੰ ਤਾਂ ਕਿਤੇ ਨਾ ਕਿਤੇ ਲੱਗਦਾ ਅਸੀਂ ਤਾਂ ਪੜ੍ਹੇ ਲਿਖੇ ਹੋਣ ਦੇ ਕਰਕੇ ਵੀ ਆਪਣਾ ਹੱਕ ਹੈ ਜਿਹੜਾ ਉਹ ਨਹੀਂ ਨਿਭਾ ਰਹੇ। ਤੇ ਸਾਨੂੰ ਇੱਥੇ ਲੜਾਈ ਦੋ ਟਾਈਪ ਦੀ ਲੜਾਈ ਹੈ ਜਿਹੜੀ ਉਹ ਲੜਨੀ ਪੈ ਰਹੀ ਆ, ਇੱਕ ਆਪਣੀ ਹੋਂਦ ਦੀ, ਇੱਕ ਸਾਡੇ ਪੰਜਾਬ ਦੀ ਹੋਂਦ ਦੀ। ਪਹਿਲਾਂ ਅਸੀਂ ਲੜਾਈ ਲੜਦੇ ਹਾਂ ਵੀ ਸਾਨੂੰ ਇੱਕ ਸਪੇਸ ਦਿੱਤੀ ਜਾਵੇ, ਸਾਨੂੰ ਸਟੇਜਾਂ 'ਤੇ ਬੋਲਣ ਦੀ ਇੱਕ ਜਗ੍ਹਾ ਦਿੱਤੀ ਜਾਵੇ। ਅਸੀਂ ਪਹਿਲਾਂ ਤਾਂ ਉਹ ਲੜਾਈ ਲੜਦੇ ਹਾਂ, ਫਿਰ ਅਸੀਂ ਲੜਾਈ ਲੜਦੇ ਹਾਂ ਪਹਿਲਾਂ ਘਰ ਤੋਂ ਨਿਕਲਣ ਦੀ, ਕਿਉਂਕਿ ਜਿਹੜਾ ਸਾਡਾ ਸਮਾਜ ਹੈ ਉਹ ਔਰਤਾਂ ਨੂੰ ਓਨੀ ਫਰੀਡਮ ਨਹੀਂ ਦਿੰਦਾ। ਕਿਉਂਕਿ ਪਹਿਲੀਆਂ 'ਤੇ ਜਦੋਂ ਇੱਕ ਕੁੜੀ ਘਰ ਤੋਂ ਨਿਕਲਦੀ ਹੈ ਤੇ ਉਹਦੇ ਉੱਤੇ ਇੱਕ ਐਲੀਗੇਸ਼ਨ ਲੱਗ ਜਾਂਦਾ ਹੈਗਾ, ਇਹ ਸ਼ਾਇਦ ਐਵੇਂ ਤੁਰੀਆਂ ਫਿਰਦੀਆਂ ਨੇਗੀਆਂ, ਇਹ ਕਰੈਕਟਰਲੈਸ ਨੇਗੀਆਂ, ਫਲਾਣ ਬਹੁਤ ਸਾਰੀਆਂ ਜਿਹੜੀਆਂ ਅੜਚਣਾਂ ਨੇਗੀਆਂ ਸਾਡੇ ਸਮਾਜ ਦੇ ਵਿੱਚ ਸਾਡੇ ਸਾਹਮਣੇ ਆਉਂਦੀਆਂ ਨੇਗੀਆਂ। ਜਦੋਂ ਅਸੀਂ ਉੱਥੋਂ ਨਿਕਲਦੇ ਉਹ ਹੱਦ ਨੂੰ ਪਾਰ ਕਰਦੇ ਹਾਂ, ਫਿਰ ਇਹ ਤੋਂ ਬਾਅਦ ਸਾਡੀ ਦੂਜੀ ਲੜਾਈ ਹੈਗੀ ਸਾਡੀਆਂ ਅਗਵਾਈ ਦੀ, ਜਿੱਥੇ ਅਸੀਂ ਕਿਸੇ ਚੀਜ਼ ਨੂੰ ਔਰਗਨਾਈਜ਼ ਕਰਦੇ ਹਾਂ, ਜਥੇਬੰਦੀਆਂ ਨੂੰ ਕਰਦੇ ਹਾਂ। ਪਰ ਜਦੋਂ ਅਸੀਂ ਉਹ ਮੰਨ ਲੈਂਦੇ ਹਾਂ, ਮਨ ਬਣਾ ਲੈਂਦੇ ਹਾਂ ਵੀ ਅਸੀਂ ਇਹ ਲੜਾਈ ਲੜਨੀ ਆ ਤੇ ਅਸੀਂ ਉਹ ਲੜਾਈ ਜਿੱਤ ਕੇ ਵੀ ਰਹਿੰਦੇ ਹਾਂ। ਉਸੇ ਤਰੀਕੇ ਨਾਲ ਜਿਹੜਾ ਇਹ ਪਿੰਡ ਬਚਾਓ ਪੰਜਾਬ ਬਚਾਓ ਵੱਲੋਂ ਜਿਹੜਾ ਇਹ ਕਾਫਲਾ ਸ਼ੁਰੂ ਕੀਤਾ ਗਿਆ ਹੈਗਾ। ਤੁਸੀਂ ਇੱਕ ਗੱਲ ਕੀਤੀ, ਮੈਨੂੰ ਸੁਰਜੀਤ ਪਾਤਰ ਹੋਰਾਂ ਦਾ ਸ਼ੇਰ ਵੀ ਯਾਦ ਆ ਗਿਆ, ਤੇਰੇ ਕਲੇਜੇ ਲੱਗੀ ਜੇਕਰ ਛੁਰੀ ਨਹੀਂ, ਇਹ ਨਾ ਸਮਝੀ ਸ਼ਹਿਰ ਦੀ ਹਾਲਤ ਬੁਰੀ ਨਹੀਂ। ਕਿ ਜਦੋਂ ਸੇਕ ਸਾਨੂੰ ਲੱਗਦਾ ਨਾ, ਫਿਰ ਪਤਾ ਲੱਗਦਾ ਕਿ ਅੱਗ ਕਿੰਝ ਜਿਹੜੀ ਆ ਉਹ ਸਾੜਦੀ ਆ ਤੇ ਉਹਦੀ ਤਕਲੀਫ ਜਿਹੜੀ ਕੀ ਹੁੰਦੀ ਆ। ਹੁਣ ਤੁਸੀਂ ਜ਼ਿਕਰ ਛੇੜਿਆ ਕਿ ਘਰ ਦੇ ਵਿੱਚ ਖੁਦਕੁਸ਼ੀ ਹੋਈ ਤੇ ਉਸ ਤੋਂ ਬਾਅਦ ਜਿਹੜਾ ਬਾਹਰ ਨਿਕਲੇ,
ਇਦਾਂ ਦੇ ਹਾਲਾਤਾਂ ਦੇ ਵਿੱਚ ਜ਼ਿਆਦਾਤਰ ਬੰਦਾ ਜਿਹੜਾ ਚਾਹੇ ਬੰਦਾ ਹੈ ਚਾਹੇ ਔਰਤ, ਉਹਦੀ ਕੋਸ਼ਿਸ਼ ਹੁੰਦੀ ਮੈਂ ਆਪਣੇ ਘਰ ਤੱਕ ਸੀਮਤ ਰਹਿਣਾ, ਮੈਂ ਆਪਣੇ ਆਪ ਨੂੰ ਸਾਂਭਣਾ, ਆਪਣੇ ਪਰਿਵਾਰ ਨੂੰ ਸਾਂਭਣਾ। ਪੰਜਾਬ ਨੂੰ ਸਾਂਭਣ ਦੀ ਗੱਲ, ਇਹ ਬਹੁਤ ਵੱਡਾ ਹਮਲਾ ਹੁੰਦਾ ਹੈ ਕਿ ਇਸ ਸੰਘਰਸ਼ ਦੇ ਰਾਹ ਦੇ ਉੱਤੇ ਤੁਰ ਪੈਣਾ, ਕਿਉਂਕਿ ਸੰਘਰਸ਼ ਦਾ ਰਾਹ ਬੜਾ ਵਿਖੜਾ ਹੁੰਦਾ ਹੈ, ਬੜੀਆਂ ਦਿੱਕਤਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈਂਦਾ। ਵੈਸੇ ਹੀ ਔਰਤ ਹੋਂਦ ਦੇ ਲਈ ਲੜਦੀ ਹੈ, ਪਰ ਸੰਘਰਸ਼ ਦੀ ਰਾਹ ਤੁਰ ਕੇ ਤਾਂ ਉਹਨੂੰ ਹੋਰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਕਦੀ ਕਿਸੇ ਨੇ ਹਿੜਕਿਆ ਝਿੜਕਿਆ ਨਹੀਂ ਹੈ ਕਿ ਘਰ ਸਾਂਭ ਲੈ ਕੁੜੀਏ ਤੇ ਉਹੀ ਬਿਹਤਰ ਆ, ਤੇ ਇਸ ਪਾਸੇ ਨਾ ਹੀ ਜਾਂਦਾ ਜ਼ਿਆਦਾ ਚੰਗਾ ਹੋਏਗਾ। ਦੇਖੋ ਇਹ ਤਾਂ ਜਦੋਂ ਅਸੀਂ ਘਰ ਤੋਂ ਪਹਿਲਾ ਸਟੈਪ ਇੱਕ ਕਦਮ ਪੁੱਟਦੇ ਆ, ਉੱਥੇ ਇਹ ਮਿੰਟ ਤੇ ਜਿਹੜੀਆਂ ਔਕੜਾਂ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਹੈਗਾ। ਜਦੋਂ ਅਸੀਂ ਉਸ ਪਰਿਵਾਰ ਦੇ ਵਿੱਚ ਉੱਦਾਂ ਦੀ ਕੋਈ ਟ੍ਰੈਜਡੀ ਹੁੰਦੀ ਹੈ, ਅਸੀਂ ਇੱਕ ਪਰਿਵਾਰ ਆਪਣਾ, ਉਹ ਪਰਿਵਾਰ ਜਿਹੜਾ ਬਲੱਡ ਰਿਲੇਸ਼ਨ ਆ, ਸਾਡੇ ਚਾਚੇ ਤਾਏ ਮਾਮੇ, ਉਹਨਾਂ ਨੂੰ ਮੰਨਦੇ ਆਂਗੇ, ਪਰ ਜਦੋਂ ਉਹ ਮਾਹੌਲ ਹੈਗਾ, ਸਾਡੀ ਜਿਹੜੀ ਉਹ ਸਾਂਝ ਆ ਉਹ ਟੁੱਟ ਚੁੱਕੀ ਹੈ। ਜਦੋਂ ਉੱਥੋਂ ਸਾਨੂੰ ਉਹ ਮੋਰਲ ਸਪੋਰਟ ਦੀ ਗੱਲ ਕਰਦੇ ਆ, ਉਹ ਨਹੀਂ ਮਿਲਦੀ ਹੈਗੀ ਗੀ, ਉੱਥੋਂ ਫਿਰ ਲੱਗਦਾ ਹੈਗਾ ਵੀ ਸਾਨੂੰ ਕਿਤੇ ਇੱਥੋਂ ਨਿਕਲ ਜਾਣਾ ਚਾਹੀਦਾ। ਹੋ ਸਕਦਾ ਅਸੀਂ ਉਹਦੀ ਸਪੋਰਟ ਦੀ ਭਾਲ ਦੇ ਵਿੱਚ ਉੱਥੋਂ ਨਿਕਲਦੇ ਆਂਗੇ, ਤੇ ਉੱਥੇ ਫਿਰ ਲੱਗਦਾ ਗਾ ਵੀ ਸਾਡੇ ਘਰ ਵਾਂਗ ਹੀ ਪੂਰਾ ਪੰਜਾਬ ਹੀ ਬਿਮਾਰ ਹੈਗਾ। ਅੱਜ ਸਾਨੂੰ ਇਕੱਲੇ ਆਪਣੀ ਨਹੀਂ, ਪੂਰੇ ਪੰਜਾਬ ਦੀ ਜਿਹੜੀ ਲੜਾਈ ਲੜਨ ਦੀ ਜ਼ਰੂਰਤ ਹੈਗੀ, ਪੂਰੇ ਪੰਜਾਬ ਨੂੰ ਉਸ ਦਵਾਈ ਦੀ ਜ਼ਰੂਰਤ ਹੈਗੀ ਜਿਹੜੀ ਮੇਰੇ ਘਰ ਨੂੰ ਹੈਗੀ, ਕਿਉਂਕਿ ਮੇਰਾ ਪਰਿਵਾਰ ਵੀ, ਮੈਂ ਵੀ ਉਸੇ ਪੰਜਾਬ ਦਾ ਹਿੱਸਾ ਗਾ। ਤੇ ਦੂਜੀ ਔਰਤਾਂ ਦੀ ਜਿਹੜੀ ਗੱਲ ਹੈਗੀ, ਉਹਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ। ਪਹਿਲੀ ਮੇਰੀ ਮਾਂ ਨੇ ਵੀ ਕਿਹਾ ਵੀ ਕੁੜੀਏ ਤੇਰੇ ਤੇ ਬਹੁਤ ਸਾਰੇ ਲੋਕ ਉਂਗਲਾਂ ਉਠਾਉਣਗੇ, ਤੈਨੂੰ ਬਹੁਤ ਕੁਝ ਬੋਲਣਗੇ ਤੇ ਕਹਿਣਗੇ ਵੀ ਤੇਰੇ ਘਰ ਦੇ ਹਾਲਾਤ ਤਾਂ ਇੱਥੋਂ ਸੁਧਰੇ ਨਹੀਂ ਹੈਗੇ, ਪੰਜਾਬ ਸੁਧਾਰਨ ਚ ਬਹੁਤ ਸਾਰੀਆਂ ਗੱਲਾਂ ਇਹ ਸਾਹਮਣੇ ਆਉਂਦੀਆਂ ਨੇਗੀਆਂ, ਪਰ ਸਾਨੂੰ ਉਹ ਨਜ਼ਰਅੰਦਾਜ਼ ਕਰਨੀਆਂ ਪੈਂਦੀਆਂ ਨੇਗੀਆਂ। ਇੱਥੇ ਵੀ ਬਹੁਤ ਸਾਰੇ ਲੋਕ ਕਹਿਣਗੇ ਚੱਲੀਆਂ ਨੇ ਪੰਜਾਬ ਸੁਧਾਰਨ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ, ਉਹਨਾਂ ਨੂੰ ਸਾਨੂੰ ਇੱਕ ਮਤਲਬ ਨਜ਼ਰਅੰਦਾਜ਼ ਕਰਕੇ ਸਾਨੂੰ ਚੱਲਣਾ ਪੈਂਦਾ, ਕਿਉਂਕਿ ਸਾਡਾ ਮੰਤਵ ਹੈ ਜਿਹੜਾ ਸਾਡਾ ਮਤਲਬ ਨਜ਼ਰੀਆ ਹੈਗਾ, ਉਹ ਪੂਰੇ ਪੰਜਾਬ ਨੂੰ ਦੇਖਣ ਦਾ, ਪੂਰੇ ਭਾਰਤ ਜਦੋਂ ਮਿਥ ਲਿਆ ਹੋਵੇ, ਤੁਹਾਨੂੰ ਜਦੋਂ ਨਜ਼ਰ ਆਉਂਦਾ ਹੋਵੇ ਫੋਕਸ, ਉਹ ਜਿੱਦਾਂ ਮੱਛੀ ਦੀ ਅੱਖ ਜਿਹੜੀ ਅਰਜੁਨ ਨੂੰ ਨਜ਼ਰ ਆਉਂਦੀ ਸੀ, ਜਦੋਂ ਉਹ ਤੁਹਾਨੂੰ ਨਜ਼ਰ ਆਉਣ ਲੱਗ ਪਿਆ, ਫਿਰ ਤੁਹਾਡਾ ਕਿਸੇ ਪਾਸੇ ਧਿਆਨ ਨਹੀਂ ਜਾਂਦਾ। ਪੰਜਾਬ ਨੂੰ ਬਚਾਉਣਾ, ਪੰਜਾਬ ਦੀ ਗੱਲ ਕਰਨੀ ਆ ਅਸੀਂ, ਆਪਣੇ ਕੱਲੀ ਉਸ ਮਾਂ ਦੀ ਨਹੀਂ ਜਿਹੜੀ ਨੇ ਮੈਨੂੰ ਜਨਮ ਦਿੱਤਾ, ਅਸੀਂ ਹੋਰਾਂ ਮਾਵਾਂ ਦੀ, ਉਹਨਾਂ ਭੈਣਾਂ ਦੀ, ਉਹਨਾਂ ਪਿਓਾਂ ਦੀ ਗੱਲ ਕਰਨੀ ਹੈ। ਤੁਸੀਂ ਬਿਮਾਰੀ ਦੀ ਗੱਲ ਕੀਤੀ ਸੀ ਕਿ ਜਦੋਂ ਆਬੋ ਹਵਾ ਦੇ ਵਿੱਚ ਜ਼ਹਿਰ ਫੈਲੀ ਹੋਵੇ, ਆਪਣਾ ਇਲਾਜ ਕਰਨ ਤੋਂ ਪਹਿਲਾਂ ਆਬੋ ਹਵਾ ਸਾਫ਼ ਕਰਨੀ ਪੈਗੀ, ਫਿਰ ਅਸੀਂ ਸਿਹਤਮੰਦ ਆਪ ਵੀ ਹੋ ਸਕਦੇ। ਗੁਰਮੀਤ ਜੀ, ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ। ਕੁੜੀਆਂ ਦੇ ਲਈ ਲੜਾਈ ਜਿਹੜਾ ਉਹ ਤੁਸੀਂ ਲੰਬੇ ਸਮੇਂ ਤੋਂ ਲੜਦੇ ਆ ਰਹੇ ਹੋ। ਕੁੜੀਆਂ ਦੇ ਲਈ ਮੇਲੇ ਜਿਹੜੇ ਆ ਤੁਹਾਡੇ ਵੱਲੋਂ ਕਰਵਾਏ ਜਾਂਦੇ ਆ, ਉਹਨਾਂ ਦੇ ਹੱਕ ਦਿਵਾਉਣ ਦੇ ਲਈ, ਉਹਨਾਂ ਦੀ ਹੋਂਦ ਜਿਹੜੀ ਆ ਬਚਾਉਣ ਦੇ ਲਈ, ਉਹਨਾਂ ਦੀ ਹੋਂਦ ਦਾ ਅਹਿਸਾਸ ਅੱਧੀ ਆਬਾਦੀ ਜਿਹੜੀ ਬਾਕੀ ਬਚਦੀ ਆ ਉਹਨੂੰ ਕਰਵਾਉਣ ਦੇ ਲਈ ਕਰਵਾਇਆ ਜਾ ਰਿਹਾ। ਤੇ ਇਸ ਸੰਘਰਸ਼ ਦੇ ਵਿੱਚ ਚੱਲਦੇ ਆ, ਇਸ ਸੰਘਰਸ਼ ਦੀ ਰਾਹ ਦੇ ਉੱਤੇ ਚੱਲਦੇ ਆ। ਮੈਂ ਤੁਹਾਡਾ ਸੰਬੋਧਨ ਥੋੜਾ ਜਿਹਾ ਸੁਣਿਆ ਸੀਗਾ, ਜਿਹਦੇ ਵਿੱਚ ਕਿਹਾ ਕਿ ਇਦਾਂ ਦੇ ਜਦੋਂ ਇਕੱਠ ਹੁੰਦੇ ਆ, ਉੱਥੇ ਔਰਤ ਨੂੰ ਬੋਲਣ ਦਾ ਵੀ ਘੱਟ ਮੌਕਾ ਮਿਲਦਾ ਆ, ਜਾਂ ਔਰਤ ਬੋਲਣ ਲਈ ਅੱਗੇ ਨਹੀਂ ਆਉਂਦੀ ਹੈ। ਜਦੋਂ ਇਦਾਂ ਦੇ ਮੰਚਾਂ ਦੇ ਉੱਤੇ ਇਹ ਗੱਲ ਹੁੰਦੀ ਹੈ ਨਾ, ਫਿਰ ਬੜੀ ਹੈਰਾਨੀ ਹੁੰਦੀ ਹੈ। ਜਿਹੜੀ ਪਿੱਤਰ ਸੱਤਾ ਆ, ਉਹ ਇਹ ਸਾਰਾ ਕੁਝ ਕਰੇ, ਅਸੀਂ ਗੱਲ ਮੰਨਦੇ ਹਾਂ ਕਿ ਉਹ ਉਹਨਾਂ ਦੇ ਖੂਨ ਦੇ ਵਿੱਚ ਬੈਠੀ ਆ, ਉਹ ਲਗਾਤਾਰ ਪੀੜ੍ਹੀ ਦਰ ਪੀੜ੍ਹੀ ਚੱਲਦੀ ਆ। ਇਹ ਤਾਂ ਅੰਦੋਲਨ ਦੀਆਂ ਗੱਲਾਂ ਕਰਨ ਵਾਲੀਆਂ ਸੰਸਥਾਵਾਂ ਹੁੰਦੀਆਂ ਨੇ, ਇਕੱਠ ਵੀ ਉੱਦਾਂ ਦੇ ਹੁੰਦੇ। ਉੱਥੇ ਵੀ ਕੀ ਇਦਾਂ ਦੀਆਂ ਦਿੱਕਤਾਂ ਆਉਂਦੀਆਂ ਕਿ ਔਰਤ ਨੂੰ ਬੋਲਣ ਤੋਂ ਹਿੜਕਿਆ ਝਿੜਕਿਆ ਜਾਂਦਾ, ਜਾਂ ਔਰਤ ਆਪ ਹੀ ਜੱਕਦੀ ਰਹਿੰਦੀ ਉੱਥੇ ਬੋਲਣ ਤੋਂ? ਨਹੀਂ, ਕੁਛ ਤਾਂ ਵੇਖੋ, ਹੁਣ ਤੱਕ ਔਰਤਾਂ ਨੂੰ ਅਸੀਂ ਇੰਨੀ ਆਜ਼ਾਦੀ ਦਿੱਤੀ ਨਹੀਂ ਕਿ ਉਹ ਚੁੱਲ੍ਹਿਆਂ ਤੋਂ ਬਾਹਰ ਜਾ ਕੇ ਅੰਦੋਲਨ ਸ਼ੁਰੂ ਕਰ ਦੇਣ। ਇਹ ਸਾਡੇ ਪੰਜਾਬ ਦੇ ਵਿੱਚ ਹਜੇ ਹੈਗਾ ਕਿ ਉਨੀ ਖੁੱਲ੍ਹ ਜਿੰਨਾ ਮਰਜ਼ੀ ਕਹਿ ਲਈ ਔਰਤਾਂ ਨੂੰ ਨਹੀਂ ਮਿਲੀ ਹੋਈ ਹੁਣ ਤੱਕ। ਪਰ ਫਿਰ ਵੀ ਜੇ ਔਰਤਾਂ ਨੇ ਹੁਣ ਜਾਣਾ ਸ਼ੁਰੂ ਕੀਤਾ, ਚਲੋ ਦਲਿਤ ਔਰਤਾਂ ਤਾਂ ਪਹਿਲਾਂ ਹੀ ਸੜਕਾਂ ਤੇ ਸੀਗੀ, ਚਾਹੇ ਉਹ ਮਨਰੇਗਾ ਵਾਲੀਆਂ ਲਾ ਲਓ, ਚਾਹੇ ਉਹ ਬਾਕੀ ਚੀਜ਼ਾਂ ਨੂੰ ਲੈ ਕੇ ਲਾ ਲਓ, ਉਹ ਸੀਗੀਆਂ। ਪਰ ਜਿਹੜੀਆਂ ਹੁਣ ਜੱਟ ਪਰਿਵਾਰਾਂ ਦੇ ਵਿੱਚੋਂ ਔਰਤਾਂ ਨੇ ਆਉਣਾ ਸ਼ੁਰੂ ਕੀਤਾ, ਉਹ ਕਿਤੇ ਨਾ ਕਿਤੇ ਪਹਿਲੀ ਗੱਲ ਤਾਂ ਸਟੇਜ ਤੇ ਚੜਨ ਤੋਂ ਉਹਨਾਂ ਨੂੰ ਇਹ ਹੁੰਦਾ ਵੀ ਸਾਡੇ ਪਿੰਡ ਦੇ ਬਹੁਤੇ ਲੋਕ ਬੈਠੇ ਨੇ ਤੇ ਮੈਂ ਬੋਲਣਾ ਕੀ ਆ। ਦੂਜਾ, ਜੇ ਉਹ ਹਿੰਮਤ ਕਰਕੇ ਚੜਦੀ ਆ ਤਾਂ ਉਹਨੂੰ ਪਹਿਲੀ ਕਹਿ ਦਿੱਤਾ ਜਾਂਦਾ ਉਹਦਾ ਨਾਮ ਲੈ ਕੇ ਕਿ ਤੇਰੇ ਕੋਲ 3 ਮਿੰਟ ਨੇ। ਮੈਨੂੰ ਲੱਗਦਾ 3 ਮਿੰਟਾਂ 'ਚ ਤਾਂ ਉਹ ਹਜੇ ਉਨੀ ਕੁ ਕਾਬਲ ਨਹੀਂ ਹੋਈ ਹੁੰਦੀ ਕਿ ਉਹ ਸਟੇਜ ਤੇ ਉਹਨੇ ਖੜਨਾ ਕਿਵੇਂ ਆ, ਕੀ ਗੱਲ ਕਰਨੀ ਆ। ਤੁਸੀਂ ਪਹਿਲਾਂ 3 ਮਿੰਟ ਕਹਿ ਦਿੰਦੇ ਹੋ ਤਾਂ ਉਹ ਸੋਚ ਲੈਂਦੀ ਆ ਵੀ ਨਹੀਂ, ਮੈਂ ਸਟੇਜ ਤੇ ਚੜਨਾ ਹੀ ਨਹੀਂ। ਜਦੋਂ ਤੁਸੀਂ 3 ਮਿੰਟ ਬਾਅਦ ਉਹਦੇ ਨਾਲ ਦੀ ਨਾਲ ਖੜੇ ਹੋ ਜਾਂਦੇ ਹੋ, ਮੈਨੂੰ ਲੱਗਦਾ ਤੁਸੀਂ ਉਹ ਦਰਜਾ ਦਿੱਤਾ ਹੀ ਨਹੀਂ ਉਹਨੂੰ। ਜੇ 10 ਮਰਦ ਲਗਾਤਾਰ ਬੋਲ ਰਹੇ ਨੇ ਤਾਂ ਕੀ 2 ਔਰਤਾਂ ਨੂੰ ਦਿੱਤੇ ਨਹੀਂ ਜਾਂਦੇ 20 ਮਿੰਟ? ਤੇ ਸਾਡੇ ਕੋਲ 2 ਔਰਤਾਂ ਬੋਲਣ, ਇਹਨਾਂ ਨੂੰ 20 ਮਿੰਟ ਦਿਓ। ਤਾਂ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਹੈ ਕਿ ਔਰਤਾਂ ਚਾਹੇ ਜਿੰਨੇ ਮਰਜ਼ੀ ਅੰਦੋਲਨਾਂ ਜਾਣ, ਨਹੀਂ ਤਾਂ ਔਰਤਾਂ ਉਹਨਾਂ ਖੁੱਲ੍ਹ ਪਾ ਰਹੀਆਂ ਨੇ ਕਿਉਂਕਿ ਉਹਨਾਂ ਨੂੰ ਮਾਹੌਲ ਨਹੀਂ ਦਿੱਤਾ ਜਾ ਰਿਹਾ। ਮਾਹੌਲ ਅਸੀਂ ਸਿਰਜ ਰਹੇ ਹਾਂ, ਉਹਨਾਂ ਨੂੰ ਦੇਣਾ ਪਊ। ਅਸੀਂ ਇਸੇ ਕਰਕੇ ਜੇ ਸੋਚਿਆ ਜਾਵੇ ਕਿ ਇਹ 2 ਕੁੜੀਆਂ ਘਰ ਤੋਂ ਨਿਕਲੀਆਂ ਨੇ, ਕੀ ਕਰ ਲੈਣਗੀਆਂ, ਅਸੀਂ ਉਹਨਾਂ ਔਰਤਾਂ ਲਈ ਮਾਹੌਲ ਸਿਰਜਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਔਰਤਾਂ ਵੀ ਮਰਦਾਂ ਵਾਂਗ ਜਿਹੜੀਆਂ ਸਟੇਜਾਂ ਤੇ ਚੜ੍ਹ ਕੇ, ਜਦੋਂ 10 ਮਰਦ ਬੈਠੇ ਨੇ ਤਾਂ 20 ਦੀ ਗਿਣਤੀ ਔਰਤਾਂ ਦੀ ਹੋਣੀ ਚਾਹੀਦੀ ਆ। ਇਹ ਮੈਂ ਤਾਂ ਮੈਨੂੰ ਪਤਾ ਨਹੀਂ ਗੱਲ ਕਰਨੀ ਚਾਹੀਦੀ ਹੈ ਨਹੀਂ, ਪਰ ਮੈਂ ਕਰ ਰਹੀ ਹਾਂ ਵੀ ਪੋਲੀਟਿਕਸ ਦੇ ਵਿੱਚ ਵੀ ਜਿੰਨੀ ਦੇਰ ਬਰਾਬਰਤਾ ਔਰਤਾਂ ਦੀ ਨਹੀਂ ਆ, ਸਾਡੀ ਪੋਲੀਟਿਕਸ ਉਨੀ ਦੇਰ ਸਾਫ਼ ਸੁਥਰੀ ਨਹੀਂ ਹੋ ਸਕਦੀ। ਤੁਸੀਂ ਕਹਿੰਦੇ ਪੋਲੀਟਿਕਸ ਦੇ ਵਿੱਚ ਜਿੰਨੀ ਦੇਰ ਤੱਕ ਬਰਾਬਰਤਾ ਨਹੀਂ ਆ, ਦਾਅਵੇ ਤਾਂ ਬਹੁਤ ਕੀਤੇ ਗਏ ਸਰਕਾਰਾਂ ਵੱਲੋਂ। ਆ ਜਿਹੜੀਆਂ ਸਥਾਨਕ ਚੋਣਾਂ ਹੋਈਆਂ ਸੀ, ਪੰਚਾਇਤੀ ਚੋਣਾਂ ਹੋਈਆਂ ਸੀ, ਸਰਕਾਰ ਕੈਪਟਨ ਦੀ ਕਹਿੰਦੀ ਹੈ ਕਿ 50% ਔਰਤਾਂ ਚੁਣ ਕੇ ਆ ਗਈਆਂ ਨੇ। ਸੱਤਾ ਦੇ ਵਿੱਚ ਚੁਣੇ ਜਾਣਾ ਇਹ ਗੱਲ ਅਲੱਗ ਆ, ਪਰ ਉੱਥੇ ਵੀ ਜੇ ਕੌਂਸਲਰ ਔਰਤ ਆ ਤੇ
ਉਹਦੇ ਘਰ ਵਾਲਾ ਕਾਉਂਸਲਰ ਉਹ ਕੰਮ ਕਰਦਾ, ਜੇ ਸਰਪੰਚ ਔਰਤ ਹੈ ਤੇ ਉਹਦੇ ਘਰ ਵਾਲਾ ਸਰਪੰਚੀ ਕਰਦਾ, ਪੰਚ ਔਰਤ ਹੈ ਤੇ ਉਹਦੇ ਘਰ ਵਾਲਾ ਪੰਚੀ ਕਰਦਾ। ਫਿਰ ਇਸ ਸਿਸਟਮ ਦੇ ਵਿੱਚ ਉਸ ਔਰਤ ਦਾ ਅੱਗੇ ਆਉਣਾ ਜਾਂ ਨਾ ਆਉਣਾ ਤਾਂ ਫਿਰ ਇੱਕ ਬਰਾਬਰ ਰਹਿ ਗਿਆ ਨਾ। ਬਿਲਕੁਲ ਇੱਕ ਬਰਾਬਰ ਹੈ। ਮੈਂ ਇਸੇ ਕਰਕੇ ਔਰਤਾਂ ਲਈ ਬੋਲੀ, ਜਿਵੇਂ ਮੈਂ ਅਪੀਲ ਕੀਤੀ ਸੀ, ਔਰਤਾਂ ਨੂੰ ਅੱਗੇ ਆਉਣਾ ਚਾਹੀਦਾ। ਜਦੋਂ ਔਰਤ ਆਪਦੇ ਘਰ ਵਾਲੇ ਨੂੰ ਕਹੂਗੀ ਵੀ ਥਾਣੇ 'ਚ ਮੈਂ ਸਰਪੰਚ ਆ, ਲੋਕਾਂ ਨੇ ਵੋਟਾਂ ਮੈਨੂੰ ਪਾਈਆਂ, ਤੈਨੂੰ ਨਹੀਂ ਪਾਈਆਂ, ਮੈਂ ਥਾਣੇ 'ਚ ਜਾਊਂਗੀ। ਇੱਥੇ ਇਹ ਹੁੰਦਾ ਵੀ ਅੱਛਾ ਔਰਤ ਦਾ ਥਾਣੇ 'ਚ ਜਾਣਾ ਚੰਗੀ ਗੱਲ ਨਹੀਂ ਹੁੰਦੀ। ਜਦੋਂ ਫਿਰ ਤਾਂ ਔਰਤ ਦਾ ਸਰਪੰਚੀ 'ਚ ਖੜੇ ਹੋਣਾ, ਇਲੈਕਸ਼ਨ ਲੜਨੀ ਵੀ ਚੰਗੀ ਗੱਲ ਨਹੀਂ ਹੁੰਦੀ। ਜਦੋਂ ਔਰਤ ਆਪਦੇ ਹੱਕ ਲਈ ਖੜੀ ਗਈ ਹੈ ਤਾਂ ਫਿਰ ਇਹ ਕਿੱਥੇ ਲਿਖਿਆ ਹੋਇਆ ਕਿ ਔਰਤ ਥਾਣੇ 'ਚ ਨਹੀਂ ਜਾ ਸਕਦੀ, ਉਹਦੇ ਲਈ ਜਾਣਾ ਚੰਗਾ ਨਹੀਂ ਹੈ। ਮੈਨੂੰ ਲੱਗਦਾ ਔਰਤਾਂ ਨੂੰ ਇਹ ਲੜਾਈ ਆਪਦੀ ਖੁਦ ਲੜਨੀ ਪੈਣੀ ਆ, ਇਹ ਖੁਦ ਜਵਾਬ ਦੇਣੇ ਪੈਣੇ ਆ ਕਿ ਜੇ ਅਸੀਂ ਪੋਲਿਟਿਕਸ ਦੇ ਵਿੱਚ ਆ ਗਏ ਤਾਂ ਅਸੀਂ ਆਪਣੀ ਪੋਲਿਟਿਕਸ ਆਪ ਕਰਾਂਗੇ, ਦੂਜੇ ਨੂੰ ਨਹੀਂ ਕਰਨ ਦੇਵਾਂਗੇ। ਤਾਂ ਆਪਦੇ ਘਰ ਵਾਲੇ ਤੋਂ ਉਹਨੂੰ ਹੱਕ ਮੰਗਣਾ ਪੈਣਾ। ਹਜੇ ਵੀ ਮਤਲਬ ਹੋ ਜਾਂਦਾ ਬੈਨਰ ਦੇ ਨਾਲ ਵੀ ਜਦੋਂ ਸਰਪੰਚੀ ਦੀਆਂ ਚੋਣਾਂ ਹੁੰਦੀਆਂ ਨੇ ਤੇ ਨਾਲ ਉਹਦੇ ਘਰ ਵਾਲੇ ਦੀ ਫੋਟੋ ਲੱਗਦੀ ਆ, ਗੱਡੀ ਤੇ ਵੀ ਉਹਦੀ ਤੇ ਸਰਪੰਚ ਲਿਖਿਆ ਹੁੰਦਾ। ਕਿਉਂ ਲਿਖਿਆ ਹੁੰਦਾ? ਬਈ ਸਰਪੰਚ ਤਾਂ ਔਰਤ ਆ, ਤੁਸੀਂ ਔਰਤ ਨੂੰ ਸਰਪੰਚ ਤਾਂ ਕਿਤੇ ਬਣਨ ਨਹੀਂ ਦਿੱਤਾ। ਜਿੰਨੇ ਸੱਥਾਂ 'ਚ ਫੈਸਲੇ ਹੁੰਦੇ ਨੇ ਘਰ ਵਾਲਾ ਕਰਿਆ ਹੁੰਦਾ, ਔਰਤ ਤੋਂ ਸਿਰਫ ਸਾਈਨ ਕਰਾਉਣ ਲਈ ਘਰੇ ਆਇਆ ਜਾਂਦਾ ਕਿ ਮੈਂ ਸਾਈਨ ਕਰਾ ਲਿਆਉਣਾ, ਤੁਸੀਂ ਖੜ ਜਾਓ। ਇਹ ਅਕਸਰ ਘਟਨਾ ਸਾਡੇ ਪਿੰਡਾਂ 'ਚ ਹੁੰਦੀਆਂ ਨੇ, ਕਿਉਂਕਿ ਜਿਹੜੀ ਮੇਰੇ ਪਿੰਡ ਦੀ ਸਰਪੰਚ ਆ ਉਹ ਖੁਦ ਇੱਕ ਔਰਤ ਆ। ਮੈਂ ਕਦੇ ਨਹੀਂ ਦੇਖੀ ਉਹ ਇਕੱਠਾਂ 'ਚ ਆਂਦੀ ਜਾਂ ਥਾਣਿਆਂ 'ਚ ਆਂਦੀ। ਉਹਦੇ ਘਰ ਵਾਲਾ ਹੀ ਸਾਰਾ ਕੁਝ ਕਰਦਾ, ਦੇਖ ਰੇਖ ਜੋ ਵੀ ਹੁੰਦੀ ਆ। ਉਹਨਾਂ ਨੂੰ ਲੱਗਦਾ ਵੀ ਨਹੀਂ ਤੂੰ ਥਾਣਿਆਂ 'ਚ ਨਹੀਂ ਜਾਣਾ, ਥਾਣਿਆਂ 'ਚ ਜਾਣਾ ਚੰਗੀ ਗੱਲ ਨਹੀਂ ਆ। ਮੈਨੂੰ ਨਹੀਂ ਲੱਗਦਾ ਵੀ ਇਹ ਗੱਲ ਨਹੀਂ ਆ। ਥਾਣਿਆਂ 'ਚ ਜਿੰਨੀ ਦੇਰ ਔਰਤਾਂ ਨਹੀਂ ਜਾਣਗੀਆਂ ਸਾਡਾ ਸਿਸਟਮ ਵੀ ਨਹੀਂ ਸੁਧਰੂਗਾ। ਹੁਣ ਤਾਂ ਥਾਣਿਆਂ ਦੇ ਵਿੱਚ ਕੁੜੀਆਂ ਜਿਹੜੀਆਂ ਆ ਉਹ ਪੁਲਿਸ ਦੇ ਵਿੱਚ ਭਰਤੀ ਹੋਈਆਂ, ਥਾਣਿਆਂ 'ਚ ਬੈਠੀਆਂ ਨੇ। ਹੁਣ ਤਾਂ ਉਹ ਗੱਲ ਜਿਹੜੀ ਬਿਲਕੁਲ ਹੀ ਖਤਮ ਹੋ ਜਾਣੀ ਚਾਹੀਦੀ ਹੈ। ਨਹੀਂ ਆ, ਥੋੜਾ ਟਾਈਮ ਪਹਿਲੇ ਹੀ ਮੇਰੀ ਇੱਕ ਫਰੈਂਡ ਆ ਬਰਨਾਲੇ ਦੇ ਵਿੱਚ ਹੀ ਇਹ ਘਟਨਾ ਹੋਈ। ਥੋੜੀ ਉਹਨੂੰ ਪ੍ਰੋਬਲਮ ਆ ਗਈ, ਅਸੀਂ ਰਾਤ ਨੂੰ ਥਾਣੇ ਦੇ ਵਿੱਚ ਗਈਆਂ। ਥਾਣੇ ਦੇ ਵਿੱਚ ਬੈਠ ਕੇ ਜਿਹੜੀ ਇੱਕ ਕਾਂਸਟੇਬਲ ਆ ਰੋ ਰਹੀ ਆ ਕਿ ਇਸ ਬੰਦੇ ਨਾਲ ਮੈਂ ਰਾਤ ਦੀ ਨਾਈਟ ਡਿਊਟੀ ਨਹੀਂ ਕਰਨੀ। ਇਹਦਾ ਮਤਲਬ ਉਹਨੂੰ ਲੱਗਦਾ ਕਿ ਮੈਂ ਸੇਫ ਨਹੀਂ ਆ। ਜੇ ਤੁਸੀਂ ਥਾਣਿਆਂ ਦੇ ਵਿੱਚ ਬੈਠ ਕੇ ਤੁਸੀਂ ਉਹ ਜੌਬ ਕਰ ਰਹੇ ਹੋ, ਉੱਥੇ ਸੇਫ ਨਹੀਂ ਹੈ ਤਾਂ ਮੈਨੂੰ ਨਹੀਂ ਲੱਗਦਾ ਫਿਰ ਅਸੀਂ ਇੱਥੇ ਸੇਫ ਆ। ਉੱਥੇ ਬੈਠ ਕੇ ਰੋ ਰਹੀ ਆ। ਮੈਨੂੰ ਲੱਗਦਾ ਇੱਥੇ ਇਹ ਅਸਲ ਦੇ ਵਿੱਚ ਨੁਕਤਾ ਇਹ ਹੈ, ਅੰਦੋਲਨ ਜਿੰਨੇ ਮਰਜ਼ੀ ਕਰ ਲਓ, ਸੱਤਾ ਦੇ ਵਿੱਚ ਹਿੱਸੇਦਾਰੀ ਜਿੰਨੀ ਮਰਜ਼ੀ ਭਾਵੇਂ ਅੱਧੀ ਛੱਡ ਕੇ ਜਿਹੜੀ ਉਹ 75% ਕਰ ਦਿਓ, ਉਹਦਾ ਕੋਈ ਫਰਕ ਨਹੀਂ ਪੈਣਾ। ਆ ਜਿਹੜੀ ਮਾਨਸਿਕਤਾ ਕਿ ਔਰਤ ਇੱਕ ਮਰਦ ਦੇ ਲਾਗੇ ਬੈਠੀ ਜੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀ ਹੈ ਤੇ ਉਹ ਮੇਰਾ ਖਿਆਲ ਹੈ ਕਿ ਇਦੋਂ ਵੱਡਾ ਦਮਨ ਜਿਹੜਾ ਹੈ ਉਹ ਹੈ ਨਹੀਂ ਆ। ਭਾਵੇਂ ਕੀਤਾ ਜਾਂਦਾ ਤੇ ਭਾਵੇਂ ਨਹੀਂ ਕੀਤਾ, ਜੇ ਮਹਿਸੂਸ ਕਰਦੀ ਹੈ ਔਰਤ ਕਿ ਮੈਂ ਦੱਬੀ ਜਾ ਰਹੀ ਹਾਂ, ਤੇ ਇਹ ਸਭ ਤੋਂ ਵੱਡੀ ਸਮੱਸਿਆ। ਇਹਦੇ ਪ੍ਰਤੀ ਔਰਤਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਤੇ ਇਸ ਸਮਾਜ ਨੂੰ ਜਾਗਰੂਕ ਕਰਨ ਦੀ ਲੋੜ ਹੈ ਨਾ। ਬਿਲਕੁਲ ਹੈਗੀ ਹੈ। ਸਭ ਤੋਂ ਪਹਿਲਾਂ ਤਾਂ ਸਮਾਜ ਨਾਲੋਂ ਵੱਧ ਔਰਤਾਂ ਨੂੰ ਹੀ ਆਪਦੀ ਜਿਹੜੀ ਡੋਰ ਆ ਉਹ ਖੁਦ ਸੰਭਾਲਣੀ ਪੈਣੀ ਆ। ਔਰਤਾਂ ਨੂੰ ਆਪਦੇ ਹੱਕਾਂ ਲਈ ਲੜਨਾ ਪੈਣਾ ਤੇ ਲੜਨ ਲਈ ਅੱਗੇ ਆਉਣਾ ਪੈਣਾ। ਜਦੋਂ ਮੈਨੂੰ ਲੱਗਦਾ ਕਿਤੇ ਰੇਪ ਦੀ ਗੱਲ ਹੁੰਦੀ ਆ, ਉਦੋਂ ਵੀ ਬਹੁਤੀਆਂ ਔਰਤਾਂ ਕੈਂਡਲ ਮਾਰਚ ਦਾ ਹਿੱਸਾ ਨਹੀਂ ਬਣਦੀਆਂ ਵੀ ਸਾਡੇ ਇਹ ਕਰਨ ਨਾਲ ਕੀ ਹੋ ਜਾਊਗਾ। ਪਰ ਮੈਨੂੰ ਲੱਗਦਾ ਨਹੀਂ, ਜਦੋਂ ਤੁਸੀਂ ਬਹੁਤੀ ਗਿਣਤੀ ਦੇ ਵਿੱਚ ਘਰਾਂ ਤੋਂ ਬਾਹਰ ਨਿਕਲੋਗੇ, ਆਪਦੇ ਹੱਕ ਲੈਣ ਦੀ ਗੱਲ ਕਰੋਗੇ ਤਾਂ ਕਿਤੇ ਨਾ ਕਿਤੇ ਉਹ ਜਿਹੜੀਆਂ ਚੀਜ਼ਾਂ ਤੁਹਾਡੇ ਉੱਪਰ ਉੱਠ ਕੇ ਆ ਰਹੀਆਂ ਉਹ ਦਬਣਗੀਆਂ ਵੀ ਨਹੀਂ ਹੁਣੇ ਘਰੋਂ ਬਾਹਰ ਨਿਕਲੀਆਂ ਨੇ ਤੇ ਉੱਠੀਆਂ ਨੇ, ਚਾਹੇ ਉਹ 2 ਨੇ ਚਾਹੇ 3 ਨੇ। ਪਰ ਜਦੋਂ ਹੱਕਾਂ ਦੀ ਗੱਲ ਕਰਨ ਲੱਗ ਗਈਆਂ, ਮੈਨੂੰ ਲੱਗਦਾ ਕਾਫਲਾ ਛੇਤੀ ਵੱਡਾ ਹੋ ਜਾਂਦਾ ਹੈ। ਅਸੀਂ ਇਸੇ ਕਰਕੇ ਉਮੀਦ ਕਰਦੇ ਹਾਂ ਕਿ ਸਾਡੇ ਕਾਫਲੇ ਦੇ ਵਿੱਚ ਬੇਸ਼ੱਕ ਅਸੀਂ ਅੱਜ 2 ਨੌਜਵਾਨ ਕੁੜੀਆਂ ਖੜੀਆਂ, ਮੈਨੂੰ ਲੱਗਦਾ ਛੇਤੀ ਸਾਡੇ ਪਿੱਛੇ ਹਜ਼ਾਰਾਂ ਦੀ ਗਿਣਤੀ 'ਚ ਉਹ ਲੜਕੀਆਂ ਨੇ ਜਿਹੜੀਆਂ ਆਪਣੇ ਹੱਕ ਮੰਗਣ ਲਈ ਅੱਗੇ ਆਉਣਗੀਆਂ। ਮੈਂ ਇਹੀ ਉਮੀਦ ਰੱਖਦਾ ਕਿਉਂਕਿ ਤੁਸੀਂ ਨੌਜਵਾਨ ਹੋ ਦੋਨੇ ਜੀ। ਜਿਹੜੇ ਮਰਦ ਨੇ ਅੰਦਰੋਂ ਖੋਖਲਾ ਹੋ ਚੁੱਕਿਆ, ਉਹਨੂੰ ਜਿਹੜੀ ਇੱਕ ਹੋਮੇ ਦਾ ਜਿਹੜਾ ਉਹ ਹੰਕਾਰ ਦਾ ਉਹ ਛੱਡ ਦੇਣਾ ਚਾਹੀਦਾ ਹੈ, ਕਿਉਂਕਿ ਉਹਦੇ ਵਿੱਚ ਉਹ ਕਪੈਸਿਟੀ ਨਹੀਂ ਹੈਗੀ। ਤੇ ਜੇ ਉਹ ਬਰਾਬਰ ਔਰਤਾਂ ਨੂੰ ਵੀ ਲੈ ਕੇ ਚੱਲਣਗੇ ਤਾਂ ਹੋ ਸਕਦਾ ਅਸੀਂ ਸਾਰੀਆਂ ਚੀਜ਼ਾਂ ਨੂੰ ਮੈਨੇਜ ਸਟੇਬਲ ਕਰ ਪਾਈਏ। ਤੇ ਉਹ ਖੋਖਲਾ ਇਸ ਕਰਕੇ ਨਹੀਂ ਹੈ ਕਿ ਉਹ ਕਮਜ਼ੋਰ ਹੈ, ਮੈਨੂੰ ਲੱਗਦਾ ਕਿ ਖੋਖਲਾ ਇਸ ਕਰਕੇ ਕਿ ਉਹਨੇ ਜਿਹੜਾ ਆਪਣੇ ਆਪ ਉੱਤੇ ਮਰਦਾਊ ਪੁਣੇ ਦਾ ਜਿਹੜਾ ਕਵਰ ਚੜਾਇਆ ਹੋਇਆ ਨਾ, ਉਹਦਾ ਕਰਕੇ ਖੋਖਲਾ ਹੈ। ਕਿਤੇ ਨਾ ਕਿਤੇ ਉਹ ਡਰ ਵੀ ਰਿਹਾ, ਕਿਉਂਕਿ ਔਰਤਾਂ ਦੇ ਵਿੱਚ ਮਰਦਾਂ ਨਾਲੋਂ ਵੱਧ ਸ਼ਕਤੀ ਹੁੰਦੀ ਹੈ। ਉਹ ਡਰ ਰਿਹਾ ਕਿ ਜਿੱਦਣ ਇਹ ਘਰ ਤੋਂ ਬਾਹਰ ਸਾਰੀਆਂ ਨਿਕਲ ਗਈਆਂ ਤਾਂ ਸਾਡਾ ਤਾਂ ਕਿਤੇ ਵੀ ਰੁਤਬਾ ਨਹੀਂ ਰਹਿਣਾ, ਅਸੀਂ ਬੋਲਣ ਜੋਗੇ ਨਹੀਂ ਰਹਿਣਾ। ਇਸ ਕਰਕੇ ਮਰਦ ਕਿਤੇ ਨਾ ਕਿਤੇ ਔਰਤ ਨੂੰ ਦਬਾਉਂਦੇ ਨੇ। ਇਹ ਵੀ ਹੈਗਾ ਆ। ਸਰ ਪਹਿਲਾਂ ਇੱਕ ਗੱਲ ਸਾਹਮਣੇ ਇੱਥੋਂ ਹੀ ਆ ਜਾਂਦੀ ਹੈ ਵੀ ਜਿਹੜਾ ਮਰਦ ਉਹ ਕਿਤੇ ਨਾ ਕਿਤੇ ਮਹਿਸੂਸ ਕਰਦਾ ਹੈ ਵੀ ਸਾਡੇ ਸਮਾਜ ਦੇ ਵਿੱਚ ਜਿੰਨੀਆਂ ਖੁਦਕੁਸ਼ੀਆਂ ਹੋ ਰਹੀਆਂ ਨੇਗੀਆਂ ਵੀ ਮੈਂ ਆਪਣੀ ਜਿਹੜੀ ਜ਼ਿੰਮੇਵਾਰੀ ਪੂਰੀ ਨਹੀਂ ਕਰ ਪਾਇਆ, ਉਹ ਉੱਥੋਂ ਛੱਡ ਕੇ ਆਪਣੇ ਆਪ ਨੂੰ ਖਤਮ ਕਰਦਾ, ਮਰਦਾ, ਉੱਥੋਂ ਭੱਜਦਾ ਉਸ ਸਮਾਜ ਦੇ ਵਿੱਚੋਂ। ਤੇ ਜਿਹੜੀ ਉਹ ਔਰਤ ਹੈ ਉਹ ਭਾਵੇਂ ਉੱਥੇ ਦਿਹਾੜੀ ਕਰਦੀ, ਭਾਵੇਂ ਕਿਸਾਨ ਪਰਿਵਾਰ ਦੀ ਵੀ ਹੈ, ਉਹ ਦਿਹਾੜੀ ਕਰਦੀ, ਆਪਣੇ ਬੱਚੇ ਪਾਲਦੀ, ਉਹ ਸਮਝਦੀ ਹੈ ਵੀ ਇਹ ਮੇਰੀ ਜ਼ਿੰਮੇਵਾਰੀ, ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦਾ। ਇੱਕ ਕਾਫਲੇ ਦੇ ਵਿੱਚ ਪਹਿਲਾਂ ਵੀ ਤੁਹਾਨੂੰ ਦੇਖਿਆ ਆ, ਉਸ ਕਾਫਲੇ ਦੇ ਵਿੱਚ ਮੈਨੂੰ ਤੁਸੀਂ ਦੋਨੋਂ ਹੀ ਨਜ਼ਰ ਆਈਆਂ ਸੀਗੀਆਂ। ਅੱਜ ਦੇ ਕਾਫਲੇ ਦੇ ਵਿੱਚ ਤੁਹਾਡੇ ਮਗਰ ਇੱਕ ਕਹਿ ਸਕਦੇ ਕਿ ਅੱਛੀ ਖਾਸੀ ਜਿਹੜੀ ਆ ਔਰਤਾਂ ਦੀ ਗਿਣਤੀ ਹੈਗੀ ਆ। ਇਹ ਔਰਤਾਂ ਨੂੰ ਇਸ ਰਾਹ ਤੋਰਨ ਲਈ, ਉਹਨਾਂ ਨੂੰ ਜਾਗਰੂਕ ਕਰਨ ਲਈ, ਸੰਘਰਸ਼ ਵਾਲੀ ਰਾਹ ਤੇ ਤੋਰਨ ਲਈ, ਜਾਂ ਘੱਟੋ ਘੱਟ ਇਸ ਗੱਲ ਲਈ ਤਿਆਰ ਕਰਨ ਲਈ ਕਿ ਤੁਸੀਂ ਭਾਵੇਂ ਸੰਘਰਸ਼ ਦੀ ਰਾਹ ਤੇ ਸੜਕਾਂ ਤੇ ਆਓ, ਭਾਵੇਂ ਨਾ, ਪਰ ਘਰ ਦੇ ਵਿੱਚ ਬੈਠੇ ਵੀ ਆਪਣੇ ਹੱਕਾਂ ਲਈ ਜ਼ਰੂਰ ਲੜੋ। ਇਹਦੇ ਲਈ ਤਿਆਰ ਕਰਨ ਲਈ ਕਿਸ ਤਰੀਕੇ ਨਾਲ ਕੰਮ ਕਰ ਰਹੇ ਹੋ ਇਸ ਵੇਲੇ? ਇਹਦੇ ਲਈ ਸਮਾਂ ਦੇਖੋ ਲੱਗ ਜਾਂਦਾ। ਜਦੋਂ ਅਸੀਂ ਇੱਕ ਪਿੰਡ ਦੇ ਵਿੱਚ, ਤੁਸੀਂ ਮੇਲੇ ਦੀ ਗੱਲ ਕੀਤੀ ਸੀ ਕਿ ਤੂੰ ਮੇਲੇ ਕਰਵਾਉਣੀ ਆ, ਮੇਲਾ ਕਰਵਾਉਣੇ ਆ ਤਾਂ ਸਾਡੇ ਕੋਲ 1.5 ਮਹੀਨੇ ਦਾ ਸਮਾਂ ਹੁੰਦਾ। ਕੱਲੀ ਔਰਤ ਨਾਲ ਗੱਲ ਕਰਨ ਦਾ ਸਾਨੂੰ ਸਮਾਂ ਮਿਲ ਜਾਂਦਾ, ਉਹਦੇ ਘਰੇ ਜਾਣ ਦਾ ਸਮਾਂ ਮਿਲ ਜਾਂਦਾ। ਜਿਹੜੇ ਪਿੰਡ 'ਚ ਔਰਤ
ਕਹਿੰਦੀ ਆ ਕਿ ਮੈਂ ਤਾਂ ਕਦੇ ਪਿੰਡ 'ਚ ਗਈ ਨਹੀਂ, ਮੈਨੂੰ ਪਤਾ ਨਹੀਂ ਕਿਹਦੇ ਘਰ ਨੇ। ਉਹੀ ਔਰਤ ਐਂਡ ਤੇ ਆ ਕੇ ਕਹਿੰਦੀ ਆ ਕਿ ਮੈਨੂੰ ਇਹ ਵੀ ਪਤਾ ਮੇਰੇ ਪਿੰਡ 'ਚ ਕੌਣ ਰਹਿੰਦਾ, ਮੈਨੂੰ ਇਹ ਵੀ ਪਤਾ ਮੇਰੇ ਪਿੰਡ ਦੇ ਇਸ ਮਰਦ ਦਾ ਕੀ ਨਾਮ ਆ, ਮੈਨੂੰ ਇਹ ਵੀ ਪਤਾ ਇਹ ਮੇਰੇ ਲਈ ਕੀ ਸੋਚਦਾ ਆ। ਉਹੀ ਔਰਤ ਜਦੋਂ ਪੂਰਾ ਦਿਨ ਸਟੇਜ ਦੀ ਅਗਵਾਈ ਕਰਦੀ ਆ ਤਾਂ ਉਹਦੇ ਨਾਲ ਚੱਲਣ ਨੂੰ ਤਿਆਰ ਹੋ ਜਾਂਦੀ ਆ, ਕਿਉਂਕਿ ਉਹ ਜਾਣੂ ਹੋ ਜਾਂਦੀ ਆ। ਉਹਨਾਂ ਦਿਨਾਂ ਦੇ ਵਿੱਚ ਜਦੋਂ ਅਸੀਂ ਕੱਲੀ ਔਰਤ ਨਾਲ ਸਾਨੂੰ ਸਮਾਂ ਹੁੰਦਾ ਗੱਲ ਕਰਨ ਦਾ, 1.5 ਮਹੀਨਾ ਕਿਸੇ ਪਿੰਡ 'ਚ ਲਗਾਤਾਰ ਵਿੱਚ ਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਥੋੜਾ ਨਹੀਂ ਹੁੰਦਾ, ਉਹਨਾਂ ਔਰਤਾਂ ਨੂੰ ਉਹਨਾਂ ਹੱਕਾਂ ਪ੍ਰਤੀ ਜਾਗਰੂਕ ਕਰਨ ਦਾ ਸਾਡੇ ਕੋਲ ਲੰਬਾ ਸਮਾਂ ਹੁੰਦਾ ਹੈ। ਇਸ ਕਰਕੇ ਔਰਤਾਂ ਦਾ ਕਾਫਲਾ ਤਿਆਰ ਹੋ ਜਾਂਦਾ ਹੈ। ਇਹਦੇ ਵਿੱਚ ਸਰ ਇੱਕ ਮੈਨੂੰ ਜਿਹੜੀ ਲੱਗਦੀ ਆ ਉਹ ਇਹ ਆ ਵੀ ਉਹਦੇ ਪਹਿਲ ਕਦਮੀ ਦੀ ਜ਼ਰੂਰਤ ਹੈ। ਜਦੋਂ ਅਸੀਂ ਉਹਨਾਂ ਨਾਲ ਜਾ ਕੇ ਗੱਲ ਕਰਦੇ ਹਾਂ, ਉਹਨਾਂ ਨਾਲ ਜਾ ਕੇ ਸੰਵਾਦ ਰਚਾਉਂਦੇ ਆ ਉਹਨਾਂ ਲੜਕੀਆਂ ਨਾਲ, ਤੇ ਉਹ ਚਾਹੁੰਦੀਆਂ ਨੇ, ਉਹ ਵੀ ਕਹਿੰਦੀਆਂ ਨੇ ਵੀ ਅਸੀਂ ਘਰ ਦੇ ਜਿਹੜਾ ਇਹ ਸਾਨੂੰ ਗੁਲਾਮ ਬਣਾਇਆ, ਜੰਜੀਰਾਂ 'ਚ ਅਸੀਂ ਜਕੜੀਆਂ ਹੋਈਆਂ, ਇੱਥੋਂ ਨਿਕਲੀਏ। ਪਰ ਉਹਦੇ ਵਿੱਚ ਇੱਕ ਪਹਿਲ ਕਦਮੀ ਦੀ ਜ਼ਰੂਰਤ ਹੈਗੀ। ਜਦੋਂ ਉਹਨਾਂ ਨਾਲ ਜਾ ਕੇ ਗੱਲ ਕਰਦੇ ਓਬਵੀਅਸ ਸਾਡੇ ਨਾਲ ਤੁਰਦੀਆਂ ਨੇਗੀਆਂ, ਤੇ ਉਹਨਾਂ ਦੀ ਸਮਝ ਉਸ ਸਮਝ ਦਾ ਲੈਵਲ ਹੁੰਦਾ ਹੈ, ਪਰ ਉਹਨਾਂ ਨੂੰ ਥੋੜੀ ਅਗਵਾਈ ਦੇਣ ਦੀ ਜ਼ਰੂਰਤ ਹੈਗੀ। ਮੈਨੂੰ ਇਹ ਲੱਗਦਾ ਹੈਗਾ ਜੇ ਅਸੀਂ ਪੂਰੇ ਪੰਜਾਬ ਦੇ ਵਿੱਚ ਹੁਣ ਇਹ ਕਾਫਲਾ ਵਿਚਰੇਗਾ ਤੇ ਸਾਡੇ ਆਖਰੀ ਸਵਾਲ ਜੀ ਕਿ ਉਹਨਾਂ ਨੂੰ ਮਤਲਬ ਜਿਵੇਂ ਮਰਦਾਂ ਨੂੰ ਬੈਠਣ ਲਈ ਸੱਤ ਆ, ਔਰਤਾਂ ਦੇ ਬੈਠਣ ਲਈ ਕੁਛ ਨਹੀਂ ਆ। ਜਦੋਂ ਉਹਨਾਂ ਨੂੰ ਇਹੋ ਜਿਹਾ ਪਲੇਟਫਾਰਮ ਦੇ ਦਿੰਦੇ ਨਾ ਵੀ ਤੁਸੀਂ ਇਕੱਠੀਆਂ ਹੋ ਕੇ ਬੈਠੋ, ਜਿਹੜੀਆਂ ਗੱਲਾਂ ਬਾਰੇ ਉਹ ਸੋਚਦੀਆਂ ਨਹੀਂ, ਫਿਰ ਉਹ ਉੱਥੇ ਬੈਠ ਕੇ ਗੱਲਬਾਤ ਕਰਨੀ ਸ਼ੁਰੂ ਕਰਦੀਆਂ ਨੇ। ਤੇ ਇਸੇ ਕਰਕੇ ਮੈਨੂੰ ਇਹ ਲੱਗਦਾ ਜਦੋਂ ਕੋਈ ਕਾਫਲਾ ਚੱਲਦਾ ਤੇ ਉਹਨਾਂ ਨੂੰ ਪਤਾ ਹੁੰਦਾ ਮੈਂ ਇਹਦੇ ਨਾਲ ਚੱਲਣਾ ਆ। ਚੀਜ਼ ਹੋਰ ਵੀ ਹੈ ਨਾ, ਇਹ ਸਾਡੇ ਇਸ ਮਰਦ ਪ੍ਰਧਾਨ ਸਮਾਜ ਦੇ ਵਿੱਚ ਜੇ ਔਰਤਾਂ ਚਾਰ ਇਕੱਠੀਆਂ ਹੋ ਕੇ ਬਹਿ ਵੀ ਜਾਂਦੀਆਂ ਨੇ ਤੇ ਇਹ ਨਹੀਂ ਕਦੀ ਕਿਆਸ ਲਾਇਆ ਜਾਂਦਾ ਕਿ ਚੰਗੀ ਗੱਲ ਕਰਦੀਆਂ ਹੋਣਗੀਆਂ, ਕਹਿਣਾ ਚੁਗਲੀਆਂ ਕਰਦੀਆਂ ਹੋਣੀਆਂ ਨੇ। ਇਸ ਤੋਂ ਵੱਧ ਕਦੀ ਸੋਚਦਾ ਹੀ ਨਹੀਂ ਹੈ ਔਰ ਇਹੀ ਚੀਜ਼ ਕੀਤੀ ਜਾਂਦੀ ਹੈ। ਆਖਰੀ ਸਵਾਲ, ਮੌਕੇ ਨਹੀਂ ਮਿਲਦੇ। ਪਹਿਲਾਂ ਤਾਂ ਇਸ ਗੱਲ ਦੀ ਲੜਾਈ ਸੀ ਕਿ ਔਰਤ ਨੂੰ ਮੌਕਾ ਹੀ ਨਹੀਂ ਦਿੱਤਾ ਜਾਂਦਾ, ਹੁਣ ਮੌਕੇ ਬਹੁਤ ਮਿਲਦੇ ਆ। ਇੱਥੋਂ ਤੱਕ ਕਿ ਪੰਜਾਬ ਦੀ ਕੈਬਨਿਟ ਤੱਕ ਵੀ ਔਰਤਾਂ ਜਿਹੜੀਆਂ ਉਹ ਪਹੁੰਚੀਆਂ ਨੇ। ਪਰ ਅਸੀਂ ਇਸ ਕੈਬਨਿਟ 'ਚ ਵੀ ਦੇਖਿਆ ਕਿ ਇੱਕ ਮੰਤਰੀ ਬਣੀ ਬੀਬੀ ਤੇ ਉਹਦੇ ਘਰ ਵਾਲਾ ਮੀਟਿੰਗਾਂ ਦੇ ਵਿੱਚ ਕੁਰਸੀ ਦੇ ਬਰਾਬਰ ਬਹਿੰਦਾ ਹੁੰਦਾ ਸੀ ਤੇ ਫੈਸਲੇ ਜਿਹੜਾ ਉਹ ਲੈਂਦਾ ਹੁੰਦਾ ਸੀਗਾ। ਹੁਣ ਇਹੋ ਜਿਹੀਆਂ ਔਰਤਾਂ ਦੇ ਬਾਰੇ ਕੀ ਤੁਹਾਡਾ ਕਹਿਣਾ ਹੈ ਕਿ ਜਿਨ੍ਹਾਂ ਨੂੰ ਮੌਕੇ ਮਿਲਦੇ ਆ ਉਹਨਾਂ ਨੂੰ ਮੌਕਾ ਜਾਗਰੂਕ ਹੋਣ ਤੋਂ ਬਾਅਦ ਲੈਣਾ ਚਾਹੀਦਾ, ਜੇ ਮੌਕਾ ਮਿਲ ਗਿਆ ਤੇ ਉਦੋਂ ਬਾਅਦ ਹੀ ਘੱਟੋ ਘੱਟ ਜਾਗਰੂਕ ਹੋ ਲੈਣ? ਮੈਨੂੰ ਲੱਗਦਾ ਜੇ ਉਹਨਾਂ ਨੂੰ ਮੌਕਾ ਮਿਲ ਵੀ ਗਿਆ ਨਾ ਤਾਂ ਉਹਨਾਂ ਨੂੰ ਨਾਲ ਦੀ ਨਾਲ ਇਹ ਹੱਕ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਕਿ ਜਿਹੜੀ ਕੁਰਸੀ ਮੈਨੂੰ ਮਿਲੀ ਆ ਉਹ ਤੇ ਮੇਰਾ ਹੱਕ ਆ, ਤੇਰਾ ਨਹੀਂ ਆ। ਕਿਉਂਕਿ ਸਾਡੀ ਪੋਲਿਟਿਕਸ ਤਾਂ ਲੜਦੀ ਕੁਰਸੀ ਲਈ ਆ, ਤਾਂ ਫਿਰ ਔਰਤ ਕਿਉਂ ਨਹੀਂ ਲੜ ਰਹੀ? ਇਹ ਔਰਤ ਨੂੰ ਇਹ ਕਰਨਾ ਹੀ ਪੈਣਾ, ਔਰਤ ਨੂੰ ਖੁਦ ਤੋਂ ਸ਼ੁਰੂ ਕਰਨਾ ਪੈਣਾ ਕਿ ਨਹੀਂ, ਜੇ ਉੱਥੇ ਪੋਲਿਟਿਕਸ ਦੇ ਵਿੱਚ ਕੁਰਸੀ ਮੇਰੀ ਲੱਗੀ ਹੈ ਤਾਂ ਮੇਰੀ ਲੱਗੂ, ਤੇਰੀ ਨਹੀਂ। ਜੋ ਫੈਸਲੇ ਕਰਨੇ ਆ ਮੈਂ ਕਰਨੇ ਆ, ਕਿਉਂਕਿ ਜੇ ਉਹ ਆਪਣੇ ਲਈ ਫੈਸਲੇ ਕਰਨੇ ਸ਼ੁਰੂ ਕਰੂਗੀ ਤਾਂ ਬਾਕੀ ਜਿਨ੍ਹਾਂ ਨੇ ਉਹਨੂੰ ਵੋਟਾਂ ਪਾ ਕੇ ਜਿਤਾ ਕੇ ਉੱਥੇ ਤੱਕ ਭੇਜਿਆ ਉਹਨਾਂ ਦੇ ਫੈਸਲੇ ਵੀ ਤਾਂ ਫੇਰ ਹੀ ਕਰੂਗੀ ਨਾ, ਜੇ ਉਹ ਆਪਣੇ ਫੈਸਲੇ ਕਰਨੇ ਸ਼ੁਰੂ ਕਰੇ। ਲੜਾਈ ਜਿਹੜੀ ਹੈ ਇਹ ਜੇ ਗੱਲਬਾਤ ਜਿਹੜੀ ਹੈ ਇਸ ਸੁਸਾਇਟੀ ਨੂੰ, ਸਾਡੇ ਸਮਾਜ ਨੂੰ ਸਾਵਾਂ ਕਰਨ ਦੀ ਹੈ, ਕਿਸੇ ਨੂੰ ਉੱਪਰ ਜਾਂ ਥੱਲੇ ਕਰਨ ਦੀ ਨਹੀਂ ਹੈ। ਕਿਉਂਕਿ ਬਹੁਤ ਦੇਰ ਜਿਹੜਾ ਆ ਉਹ ਔਰਤ ਨੂੰ ਹੇਠਾਂ ਰੱਖਿਆ ਗਿਆ ਤੇ ਹੁਣ ਜੇ ਔਰਤਾਂ ਉੱਠਦੀਆਂ ਨੇ, ਆਪਣੇ ਹੱਕਾਂ ਦੀ ਗੱਲ ਕਰਦੀਆਂ ਨੇ ਜਾਂ ਫਿਰ ਅਸੀਂ ਉਹਨਾਂ ਦੇ ਹੱਕਾਂ ਦੀ ਗੱਲ ਕਰਦੇ ਹਾਂ, ਇਹਦਾ ਮਤਲਬ ਇਹ ਨਹੀਂ ਹੈ ਕਿ ਹੁਣ ਮਰਦ ਨੂੰ ਦੱਬ ਦੇਣਾ ਤੇ ਔਰਤ ਨੂੰ ਉੱਪਰ ਲੈਣਾ। ਸਾਵਾਂਪਨ, ਬਰਾਬਰਤਾ, ਹੋਂਦ ਦੀ ਲੜਾਈ, ਇਹ ਜਿਹੜੀ ਆ ਲੜਾਈ ਇਸ ਵੇਲੇ ਲੜੀ ਜਾ ਰਹੀ ਹੈ। ਕਿੱਡੀ ਛੇਤੀ ਇਹ ਲੜਾਈ ਸਰ ਹੁੰਦੀ ਹੈ, ਕਿੱਡੀ ਛੇਤੀ ਸਾਡੀ ਸੁਸਾਇਟੀ ਜਿਹੜੀ ਆ, ਸਾਡਾ ਸਮਾਜ ਜਿਹੜਾ ਹੈ ਇਸ ਗੱਲ ਨੂੰ ਕਬੂਲ ਕਰਦਾ ਕਿ ਹਾਂ ਇਹ ਬਰਾਬਰਤਾ ਕੱਲੀ ਗੱਲਾਂ ਦੇ ਵਿੱਚ ਨਹੀਂ ਹੋਣੀ ਚਾਹੀਦੀ, ਬਲਕਿ ਇਹ ਬਰਾਬਰਤਾ ਹਕੀਕਤ ਦੇ ਵਿੱਚ, ਸਾਡੇ ਜ਼ਿਹਨ ਦੇ ਵਿੱਚ, ਸਾਡੀ ਸੋਚ ਦੇ ਵਿੱਚ ਔਰ ਸਾਡੀ ਹਰ ਗਤੀਵਿਧੀ ਦੇ ਵਿੱਚ ਜਿਹੜੀ ਆ ਉਹ ਨਜ਼ਰ ਆਉਣੀ ਚਾਹੀਦੀ ਆ। ਗੁਰਮੀਤ ਜੀ, ਕਿਰਨ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਕਹਿ ਸਕਦੇ ਕਿ ਸ਼ੁਭ ਇੱਛਾਵਾਂ ਨੇ, ਜਿਹੜੇ ਸੰਘਰਸ਼ ਦੀ ਰਾਹ ਤੁਸੀਂ ਤੁਰੀਆਂ ਹੋ, ਕਾਫਲਾ ਤੁਹਾਡੇ ਮਗਰ ਲੰਬਾ ਹੋਵੇ ਔਰ ਉਹ ਕੱਲਾ ਕਾਫਲਾ ਨਾ ਹੋਵੇ, ਬਲਕਿ ਜਿੱਦਾਂ ਜਿੱਦਾਂ ਕਾਫਲੇ ਦੇ ਵਿੱਚ ਲੋਕ ਜੁੜਨ ਉਹਨਾਂ ਦੇ ਸਿਰ ਵੀ ਜਿਹੜੇ ਉਹ ਜਾਗਦੇ ਨਜ਼ਰ ਆਉਣ, ਔਰਤਾਂ ਦੇ ਸਿਰ ਜਾਗੇ ਹੋਏ ਨਜ਼ਰ ਆਉਣ। ਕਿਉਂਕਿ ਭੀੜ ਦਾ ਮਤਲਬ ਇਹ ਨਹੀਂ ਹੁੰਦਾ ਕਿ ਸਫਲ ਹੋ ਗਏ ਆ ਤੁਸੀਂ। ਜਾਗਦੇ ਸਿਰਾਂ ਵਾਲੇ ਲੋਕ ਤੁਹਾਡੇ ਨਾਲ ਜਿੰਨੇ ਹੋਣਗੇ ਉਹਨਾਂ ਜ਼ਿਆਦਾ ਜਿਹੜਾ ਉਹ ਬਿਹਤਰ ਹੋਏਗਾ। ਸੋ ਕੁੱਲ ਮਿਲਾ ਕੇ ਕਹਿ ਸਕਦੇ ਕਿ ਇੱਕ ਲੜਾਈ ਪੰਜਾਬ ਦੇ ਵਿੱਚ ਇਸ ਸਮੇਂ ਇਹ ਵੀ ਲੜੀ ਜਾ ਰਹੀ ਹੈ ਕਿ ਔਰਤ ਇਸ ਵੇਲੇ ਕਿਹੜੀ ਥਾਂ ਤੇ ਹੈ, ਕਿਹੜੀ ਥਾਂ ਤੇ ਪਹੁੰਚਣਾ ਚਾਹੁੰਦੀ ਹੈ ਤੇ ਕਿੰਨੀ ਕੁ ਉਹਦੇ ਵਿੱਚ ਕਾਬਲੀਅਤ ਹੈ ਉਸ ਥਾਂ ਦੇ ਉੱਤੇ ਪਹੁੰਚਣ ਦੀ। ਕੈਮਰਾਮੈਨ ਰਵਿੰਦਰ ਦੇ ਨਾਲ ਜਸਵੀਰ, ਟੀਵੀ ਪੰਜਾਬ, ਅੰਮ੍ਰਿਤਸਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟਸਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।